पिछले दिनी साडी भी नवी एजुकेशन पॉलिसी 2020 लियांदी गई ते इहनूं बड़ा वड्डा कदम मन्निया गया है क्योंकि 34 साल बाद ये पॉलिसी दे विच बदलाव आया। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਗੁਰਪਿਆਰੇ ਤੁਸੀਂ ਸਭ ਬਾਖੂਬੀ ਜਾਣਦੇ ਕਿ ਭਾਰਤ ਦੇ ਵਿੱਚ 34 ਸਾਲਾਂ ਬਾਅਦ ਐਜੂਕੇਸ਼ਨ ਪਾਲਿਸੀ ਦੇ ਵਿੱਚ ਬਹੁਤ ਵੱਡਾ ਬਦਲਾਅ ਕੀਤਾ ਗਿਆ ਹੈ, ਜਿਸ ਦੇ ਬਾਰੇ ਅਸੀਂ ਤੁਹਾਨੂੰ ਪਹਿਲਾਂ ਵੀ ਜਾਣਕਾਰੀ ਦਿੱਤੀ ਤੇ ਇਹ ਜਾਣਕਾਰੀ ਡਾਕਟਰ ਅਮਨਪ੍ਰੀਤ ਸਿੰਘ ਬਰਾੜ ਨੇ ਤੁਹਾਡੇ ਰੂਬਰੂ ਕੀਤੀ ਸੀ ਕਿ ਆਖਿਰ ਸਕੂਲ ਲੈਵਲ ਤੱਕ ਦੀ ਐਜੂਕੇਸ਼ਨ ਦੇ ਵਿੱਚ ਹੁਣ ਕੀ ਬਦਲਾਅ ਹੋਣਗੇ, ਕੀ ਉਸ ਦੇ ਫਾਇਦੇ ਹੋਣਗੇ ਤੇ ਕੀ ਨੁਕਸਾਨ ਹੋ ਸਕਦੇ ਨੇ, ਕਿੱਦਾਂ ਹੋ ਸਕਦੇ ਨੇ। ਤੇ ਅੱਜ ਭਾਗ ਦੂਜੇ ਦੇ ਵਿੱਚ ਡਾਕਟਰ ਅਮਨਪ੍ਰੀਤ ਸਿੰਘ ਬਰਾੜ ਤੁਹਾਨੂੰ ਦੱਸ ਰਹੇ ਨੇ ਕਿ ਹਾਇਰ ਐਜੂਕੇਸ਼ਨ ਨੂੰ ਲੈ ਕੇ ਆਖਿਰ ਕੀ ਤਬਦੀਲੀਆਂ ਹੋ ਰਹੀਆਂ ਨੇ, ਕੀ ਫਾਇਦੇ ਹੋਣਗੇ ਤੇ ਕੀ ਜੋ ਬਜਟ ਸਰਕਾਰ ਵੱਲੋਂ ਤੈਅ ਕੀਤਾ ਗਿਆ ਹੈ ਇਸ ਐਜੂਕੇਸ਼ਨ ਪਾਲਿਸੀ ਨੂੰ ਲੈ ਕੇ ਉਹ ਸਰਕਾਰ ਵਾਸਤੇ ਇੱਕ ਇਨਵੈਸਟਮੈਂਟ ਹੈ ਜਾਂ ਵਾਧੂ ਖਰਚਾ। सत श्री अकाल जी। कहते हैं किसी भी राज्य की तरक्की देखनी है ਉਹਦੇ ਚੋਂ सब तो पहला ਉਹਦੀ विद्यक प्रणाली देख लो। जिन्नी वधिया ਉਹਦੀ विद्यक प्रणाली होएगी उन्नी ही उस साम्राज ਦੀਆਂ ਜੜ੍ਹਾਂ ਡੂੰਘੀਆਂ ਅਤੇ ਮਜ਼ਬੂਤ ਹੋਣਗੀਆਂ। ਇਸੇ ਸੋਚ ਨੂੰ ਲੈ ਕੇ ਪਿਛਲੇ ਦਿਨੀ ਸਾਡੀ ਵੀ ਨਵੀਂ ਐਜੂਕੇਸ਼ਨ ਪਾਲਿਸੀ 2020 ਲਿਆਂਦੀ ਗਈ ਤੇ ਇਹਨੂੰ ਬੜਾ ਵੱਡਾ ਕਦਮ ਮੰਨਿਆ ਗਿਆ ਹੈ ਕਿਉਂਕਿ 34 ਸਾਲਾਂ ਬਾਅਦ ਇਹ ਪਾਲਿਸੀ ਦੇ ਵਿੱਚ ਬਦਲਾਵ ਆਇਆ। ਸੋ ਅੱਜ ਅਸੀਂ ਭਾਗ ਦੂਜਾ ਦੇ ਵਿੱਚ ਗੱਲ ਕਰਾਂਗੇ ਕਿ ਉੱਚ ਸਿੱਖਿਆ ਦੇ ਵਿੱਚ ਕੀ ਨਵੇਂ ਚੀਜ਼ਾਂ ਲਿਆਂਦੀਆਂ ਗਈਆਂ ਤੇ ਕਿੱਦਾਂ ਉੱਚ ਸਿੱਖਿਆ ਅੱਗੋਂ ਬਦਲਣ ਵਾਲੀ ਹੈ ਉਸ ਬਾਰੇ। ਪਰ ਸਭ ਤੋਂ ਪਹਿਲਾਂ ਮੇਰੇ ਦਿਮਾਗ 'ਚ ਇੱਕ ਬੜਾ ਵੱਡਾ ਪ੍ਰਸ਼ਨ ਖੜਾ ਹੁੰਦਾ ਹੈ, ਉਹ ਇਹ ਹੈ ਕਿ ਜੇ ਮੈਂ ਬਜਟ ਦੇਖਦਾ ਯਾਨੀ ਕਿ ਟਾਰਗੇਟ ਬਜਟ ਜੋ ਇਸ ਪਾਲਿਸੀ ਦੇ ਵਿੱਚ ਰੱਖਿਆ ਗਿਆ ਹੈ ਉਹ ਰੱਖਿਆ ਗਿਆ 6% GDP ਦਾ, ਯਾਨੀ ਕਿ ਜੋ 34 ਸਾਲ ਪਹਿਲਾਂ ਸੀ ਟਾਰਗੇਟ ਬਜਟ 6% GDP ਦਾ, ਅੱਜ ਵੀ ਟਾਰਗੇਟ ਬਜਟ ਉਹੀ ਰੱਖਿਆ ਗਿਆ ਹੈ ਤੇ ਅੱਜ ਤੱਕ ਇਹ ਟਾਰਗੇਟ ਬਜਟ ਕਦੇ ਵੀ ਅਚੀਵ ਨਹੀਂ ਹੋਇਆ। ਜੇ ਮੈਂ ਇਸ ਸਾਲ ਦੇ ਬਜਟ ਦੀ ਵੀ ਗੱਲ ਕਰਾਂ ਤਾਂ ਉਹ ਸਿਰਫ 0.5% ਹੈ GDP ਦਾ। ਸੋ ਇੱਥੇ ਆ ਕੇ ਇੱਕ ਬੜੀ ਵੱਡਾ ਸਵਾਲ ਜਿਹੜਾ ਹੁਣ ਆਇਆ ਹੈ ਦਿਮਾਗ ਦੇ ਵਿੱਚ ਕਿ ਇਹ ਪਾਲਿਸੀ ਨੂੰ ਬਣਾਉਣ ਵਾਲੇ ਤੇ ਇਹਨੂੰ ਲਾਗੂ ਕਰਨ ਵਾਲੇ ਜਿਹੜਾ ਪੈਸੇ ਵਿਦਿਆ ਦੇ ਉੱਤੇ ਲੱਗਦੇ ਹੈ ਉਹਨੂੰ ਖਰਚਾ ਗਿਣਦੇ ਹੈ ਜਾਂ ਉਹਨੂੰ ਇਨਵੈਸਟਮੈਂਟ ਗਿਣਦੇ ਹੈ। ਹੁਣ ਇਹ ਸੋਚਣ ਵਾਲੀ ਗੱਲ ਹੈ ਕਿ ਸਾਡੀ ਸੋਚ ਕੀ ਹੈ ਉਹਦੇ ਪ੍ਰਤੀ। ਸੋ ਇਹਦੇ ਨਾਲ ਹੀ ਚਲੋ ਪਹਿਲੀ ਚੀਜ਼ ਅਸੀਂ ਜੋ ਉੱਚ ਸਿੱਖਿਆ ਬਾਰੇ ਇਸ ਪਾਲਿਸੀ ਦੇ ਵਿੱਚ ਲਿਆਂਦੀ ਹੈ ਉਹਦੀ ਗੱਲ ਕਰਦੇ ਹਾਂ ਕਿ ਮਲਟੀਪਲ ਐਗਜ਼ਿਟ ਮਲਟੀਪਲ ਐਂਟਰੀ ਦਾ ਸਿਸਟਮ ਹੁਣ ਰੱਖਿਆ ਗਿਆ, ਯਾਨੀ ਕਿ ਇੱਕ ਬੱਚਾ ਜਦੋਂ ਮਰਜ਼ੀ ਆਪਣੀ ਪੜ੍ਹਾਈ ਛੱਡ ਸਕਦਾ ਹੈ ਤੇ ਦੁਬਾਰਾ ਫਿਰ ਉੱਥੋਂ ਹੀ ਅੱਗੇ ਸ਼ੁਰੂ ਕਰ ਸਕਦਾ ਹੈ। ਯਾਨੀ ਕਿ ਜੇ ਬੱਚਾ 1 ਸਾਲ ਲਾ ਕੇ ਪੜ੍ਹਾਈ ਛੱਡਦਾ ਹੈ ਤਾਂ ਉਹਨੂੰ ਸਰਟੀਫਿਕੇਟ ਮਿਲ ਜਾਊਗਾ, ਜੇ ਬੱਚਾ 2 ਸਾਲ ਲਾ ਕੇ ਪੜ੍ਹਾਈ ਛੱਡਦਾ ਹੈ ਤਾਂ ਡਿਪਲੋਮਾ ਹੋ ਜਾਊਗਾ, ਜੇ ਉਹਨੇ ਤੀਜਾ ਜਾਂ ਚੌਥਾ ਸਾਲ ਜੋ ਵੀ ਰਹਿੰਦੇ ਆ ਉਹ ਪੂਰੇ ਕਰ ਲਏ ਤਾਂ ਉਹਨੂੰ ਡਿਗਰੀ ਮਿਲ ਜਾਏਗੀ। ਗੱਲ ਬੜੀ ਵਧੀਆ ਹੈ, ਯਾਨੀ ਕਿ ਬੱਚਾ ਆਪਣੀ ਲੋੜ ਅਨੁਸਾਰ ਆਪਣੇ ਟਾਈਮ ਅਨੁਸਾਰ ਆਪਦੀ ਪੜ੍ਹਾਈ ਪੂਰੀ ਕਰ ਸਕਦਾ ਹੈ। ਸੋ ਕਿਸੇ ਨੂੰ ਇਹ ਨਹੀਂ ਰਹੇਗਾ ਕਿ ਮੇਰੀ ਪੜ੍ਹਾਈ ਵਿੱਚ ਰਹਿ ਗਈ। ਪਰ ਇਹਦੇ ਨਾਲ ਹੀ ਇੱਕ ਬੜਾ ਵੱਡਾ ਸਵਾਲ ਵੀ ਖੜਾ ਹੁੰਦਾ ਹੈ ਕਿ ਕੀ ਇਹ ਸਰਟੀਫਿਕੇਟ ਤੇ ਇਹ ਡਿਪਲੋਮਾ ਜਿਹੜਾ ਉਹਨੂੰ ਮਿਲੇਗਾ ਉਹ ਉਹਦੇ ਲਈ ਉਸ ਦੀ ਯੋਗਤਾ ਦੇ ਹਿਸਾਬ ਨਾਲ ਜਿਹੜੀ ਹੈ ਉਹਦੀ ਰੋਜ਼ਗਾਰ ਦੇ ਸਕੇਗਾ, ਉਹਦੇ ਲਈ ਰੋਜ਼ਗਾਰ ਦੇ ਵਸੀਲੇ ਬਣਾ ਸਕੇਗਾ। ਜਦ ਕਿ ਅਸੀਂ ਦੇਖਦੇ ਹਾਂ ਕਿ ਰੋਜ਼ੀ ਰੋਟੀ ਲਈ ਤਾਂ ਕਈ ਡਿਗਰੀਆਂ ਵਾਲੇ ਵੀ ਰੁਲ ਰਹੇ ਨੇ। ਤੇ ਜੇ ਮੈਂ ਸਕਿੱਲ ਰਿਪੋਰਟ ਦੀ ਗੱਲ ਕਰਦਾ ਤਾਂ ਸਕਿੱਲ ਰਿਪੋਰਟ ਦੇ ਵਿੱਚ ਕਿਹਾ ਗਿਆ ਹੈ ਕਿ ਜਿੰਨੇ ਟੋਟਲ ਡਿਗਰੀ ਲੈ ਕੇ ਬੱਚੇ ਪਾਸ ਹੁੰਦੇ ਨੇ ਉਹਦੇ 'ਚੋਂ ਸਿਰਫ ਜਿਹੜੇ 46% ਹੈ ਉਹ ਇੰਪਲੋਏਬਿਲਟੀ ਦੇ ਫਿੱਟ ਹੈ, ਯਾਨੀ ਕਿ 54% ਬੱਚਿਆਂ ਨੂੰ ਡਿਗਰੀ ਤਾਂ ਆ ਗਈ ਹੈ ਪਰ ਉਹਨਾਂ ਨੂੰ ਇੰਪਲੋਏਬਿਲਟੀ ਦੇ ਫਿੱਟ ਹੀ ਨਹੀਂ ਗਿਣਿਆ ਜਾਂਦਾ। ਨਾਲ ਹੀ ਇਹਦੇ 'ਚ ਇੱਕ ਹੋਰ ਸਵਾਲ ਪੈਦਾ ਹੁੰਦਾ ਹੈ ਕਿ ਸਾਡੀਆਂ ਕਈ ਯੂਨੀਵਰਸਿਟੀਆਂ ਦੀ ਡਿਗਰੀਆਂ ਨੂੰ ਵੱਖ-ਵੱਖ ਮੁਲਕ ਜਿਹੜੇ ਹੈ ਮਾਨਤਾ ਨਹੀਂ ਦਿੰਦੇ ਤੇ ਕਈ ਮੁਲਕ ਜਿਹੜੇ ਹੈਗੇ ਆ ਉਹ ਅੱਜ ਵੀ ਸਾਡੀ ਪੋਸਟ ਗ੍ਰੈਜੂਏਟ ਡਿਗਰੀ ਨੂੰ ਸਿਰਫ ਡਿਪਲੋਮਾ ਹੀ ਮੰਨਦੇ ਆ। ਸੋ ਕੀ ਉਹ ਇਹ ਸਰਟੀਫਿਕੇਟ ਤੇ ਡਿਪਲੋਮੇ ਨੂੰ ਮਾਨਤਾ ਦੇਣਗੇ ਤੇ ਬੱਚੇ ਦਾ ਭਵਿੱਖ ਅੱਗੋਂ ਠੀਕ ਹੋ ਸਕੇਗਾ? ਸੋ ਇਸ ਚੀਜ਼ ਲਈ ਇਸ ਪਾਲਿਸੀ ਦੇ ਵਿੱਚ ਕੋਈ ਢੰਗ ਤਰੀਕਾ ਨਹੀਂ ਦੱਸਿਆ ਗਿਆ ਕਿ ਉਹਨੂੰ ਅੱਗੋਂ ਕਿਸ ਤਰੀਕੇ ਨਾਲ ਉਹਦੀ ਮਾਨਤਾ ਹੋਏਗੀ, ਕਿੱਦਾਂ ਉਹਦਾ ਸਿਸਟਮ ਚੱਲੇਗਾ ਤੇ ਕੀ ਉਹ ਰੋਜ਼ਗਾਰ ਦੇ ਜ਼ਰੀਏ ਪੈਦਾ ਕਰੇਗਾ। ਅਗਲੀ ਚੀਜ਼ ਜਿਹੜੀ ਆਉਂਦੀ ਹੈ ਉਹ ਇਹ ਹੈ ਕਿ ਜਿਹੜੇ ਬੱਚਿਆਂ ਨੇ ਟੀਚਿੰਗ 'ਚ ਜਾਣਾ ਹੈ, ਅੱਜ ਹੀ ਉਹਨਾਂ ਨੂੰ ਪਤਾ ਹੈ ਕਿ ਮੈਂ ਤਾਂ ਅੱਗੋਂ ਟੀਚਰ ਬਣਨਾ,
ਟੀਚਿੰਗ 'ਚ ਜਾਣਾ ਤਾਂ ਉਹ ਆਪਣੀ ਗ੍ਰੈਜੂਏਸ਼ਨ ਦੇ ਨਾਲ ਹੀ ਬੀਐਡ ਕਰ ਸਕਦੇ, ਯਾਨੀ ਕਿ ਇੱਕ ਇੰਟੈਗ੍ਰੇਟਿਡ ਕੋਰਸ ਬਣਾਤਾ 4 ਸਾਲਾਂ ਦਾ ਕਿ 4 ਸਾਲਾਂ ਦੇ ਵਿੱਚ ਬੱਚਾ ਗ੍ਰੈਜੂਏਸ਼ਨ ਦੇ ਨਾਲ ਬੀਐਡ ਵੀ ਕਰ ਜਾਏਗਾ। ਹੁਣ ਇੱਕ ਚੀਜ਼ ਜਿਹੜੀ ਆ ਰਹੀ ਹੈ ਦਿਮਾਗ 'ਚ ਕਿ ਪਹਿਲਾਂ ਵੀ ਤਾਂ ਸਿਸਟਮ ਇਹੀ ਸੀਗਾ ਕਿ ਬੀਐਡ 1 ਸਾਲ ਦੀ ਹੁੰਦੀ ਸੀ, 3 ਸਾਲਾਂ ਦੀ ਗ੍ਰੈਜੂਏਸ਼ਨ, 4 ਸਾਲਾਂ 'ਚ ਬੱਚੇ ਦੀ ਡਿਗਰੀ ਪੂਰੀ ਹੋ ਜਾਂਦੀ ਸੀ। ਪਰ ਫਿਰ ਸਰਕਾਰ ਨੇ ਇਹਦੇ 'ਚ TET ਲਾਤਾ, ਫਿਰ ਉਸ ਤੋਂ ਬਾਅਦ ਜਿਹੜੀ ਹੈ ਬੀਐਡ 2 ਸਾਲਾਂ ਦੀ ਕਰਤੀ। ਉਹ ਕਰਨ ਦਾ ਕਾਰਨ ਕੀ ਪਿਆ? ਕਿਉਂਕਿ ਪਹਿਲਾਂ ਤਾਂ ਸਰਕਾਰ ਨੇ ਬਿਨਾਂ ਸੋਚੇ ਸਮਝੇ ਧੜਾ ਧੜ ਜਿਹੜੇ ਪ੍ਰਾਈਵੇਟ ਕਾਲਜਾਂ ਨੂੰ ਉਹਨੂੰ ਬੀਐਡ ਦੇ ਕਾਲਜ ਖੁਲਵਾਤੇ, ਸੀਟਾਂ ਇੰਨੀਆਂ ਵੱਧ ਗਈਆਂ ਤੇ ਬੱਚੇ ਬੀਐਡ ਕਰਨੇ ਸ਼ੁਰੂ ਕਰਕੇ ਉਹਨਾਂ ਨੇ ਬੀਐਡ ਕਰ ਲਈ। ਫਿਰ ਜਦੋਂ ਬੀਐਡ ਕਰਕੇ ਉਹਨਾਂ ਨੇ ਨੌਕਰੀਆਂ ਮੰਗਣੀਆਂ ਸ਼ੁਰੂ ਕੀਤੀਆਂ ਤਾਂ ਸਰਕਾਰ ਨੇ ਟੀਚਰ ਐਲੀਜੀਬਿਲਟੀ ਟੈਸਟ ਰੱਖਤਾ। ਫਿਰ ਬੱਚਿਆਂ ਨੇ ਟੀਚਰ ਐਲੀਜੀਬਿਲਟੀ ਟੈਸਟ ਵੀ ਕਲੀਅਰ ਕੀਤਾ। ਉਦੋਂ ਬਾਅਦ ਸਰਕਾਰ ਨੇ ਦੇਖਿਆ ਤਾਂ ਉਹਨੂੰ 2 ਸਾਲ ਦੀ ਬੀਐਡ ਕਰਤੀ, ਯਾਨੀ ਕਿ ਸਰਕਾਰ ਟਾਲ ਮਟੋਲ ਕਰ ਰਹੀ ਹੈ ਕਿ ਬੱਚਿਆਂ ਨੂੰ ਨੌਕਰੀ ਤੇ ਨਾ ਦੇਣੀ ਪਵੇ। ਸੋ ਅੱਜ ਵੀ ਮੈਂ ਇਸ ਪਾਲਿਸੀ ਦੇ ਵਿੱਚ ਇਹੀ ਇੱਕ ਲਕੂਨਾ ਸਮਝਦਾ ਕਿ ਹੈਗਾ ਕਿ ਨੀਡ ਅਸੈਸਮੈਂਟ ਦੀ ਗੱਲ ਨਹੀਂ ਹੋਈ ਕਿ ਜੇ ਪੜ੍ਹਾਈ ਕਰਵਾ ਰਹੇ ਹੋ ਤਾਂ ਉਹਦੇ ਹਿਸਾਬ ਨਾਲ ਨੌਕਰੀਆਂ ਵੀ ਤਾਂ ਹੋਣ ਕਿ ਯਾਨੀ ਕਿ ਪਹਿਲਾਂ ਇਹ ਦੇਖੋ ਕਿ ਕਿੰਨੀ ਸਾਨੂੰ ਨੀਡ ਹੈ, ਆਉਣ ਵਾਲੇ 5 ਸਾਲਾਂ 'ਚ ਕਿੰਨੇ ਅਧਿਆਪਕ ਚਾਹੀਦੇ ਹੈ ਪ੍ਰਾਈਵੇਟ ਦੇ ਵਿੱਚ, ਸਰਕਾਰੀ ਦੇ ਵਿੱਚ, ਉਹਦੇ ਹਿਸਾਬ ਨਾਲ ਓਨੀਆਂ ਸੀਟਾਂ ਓਨੇ ਕਾਲਜ ਖੋਲ੍ਹੇ ਜਾਣ ਜਿੰਨਾ ਤਾਂ ਕਿ ਜਿਹੜਾ ਬੱਚਾ ਪੜ੍ਹੇ ਉਹ ਇੰਪਲੋਏਬਲ ਤਾਂ ਹੋਵੇ। ਹਰ ਚੀਜ਼ ਅਸੀਂ ਪੜ੍ਹਾਈ ਜਾਂਦੇ ਹਾਂ ਪਰ ਇੰਪਲੋਏਬਿਲਟੀ ਹੈ ਨਹੀਂ, ਤੇ ਅਸੀਂ ਇਹਨਾਂ ਟੀਚਰਾਂ ਦੇ ਉੱਤੇ ਕਹਿੰਦੇ ਹਾਂ ਕਿ ਸਾਡਾ ਆਉਣ ਵਾਲਾ ਭਵਿੱਖ ਹੈਗਾ ਟਿਕਿਆ ਹੋਇਆ। ਤੇ ਜੇ ਇਹ ਟੀਚਰਾਂ ਦਾ ਆਪਦਾ ਹੀ ਭਵਿੱਖ ਨਹੀਂ ਪਤਾ ਉਹਨਾਂ ਨੂੰ ਕਿ ਸਾਨੂੰ ਪੜ੍ਹ ਕੇ ਵੀ ਅਸੀਂ ਵਿਹਲੇ ਹੀ ਰਹਿਣਾ, ਸਾਨੂੰ ਰੋਜ਼ਗਾਰ ਨਹੀਂ ਮਿਲਣਾ, ਤਾਂ ਉਹ ਵਿਚਾਰੇ ਅਗਲੇ ਜਨਰੇਸ਼ਨ ਦਾ ਭਵਿੱਖ ਕਿੱਦਾਂ ਬਣਾਉਣਗੇ? ਤੇ ਮੈਂ ਤਾਂ ਜੋ ਦੇਖਿਆ ਕਿ ਕੋਈ ਸਰਕਾਰ ਆਵੇ ਕੋਈ ਜਾਵੇ, ਟੀਚਰ ਵਿਚਾਰੇ ਉਹ ਧਰਨੇ ਹੀ ਦਿੰਦੇ ਆ, ਟੈਂਕੀਆਂ ਤੇ ਚੜ੍ਹਦੇ ਆ ਤੇ ਅਖੀਰ ਉਹਨਾਂ ਨੂੰ ਸਰਕਾਰਾਂ ਵੱਲੋਂ ਡੰਡੇ ਹੀ ਪੈਂਦੇ ਆ। ਇਸ ਤੋਂ ਬਾਅਦ ਅਗਲੀ ਚੀਜ਼ ਜਿਹੜੀ ਆਈ ਹੈ ਮਲਟੀ ਡਿਸਪਲਿਨਰੀ ਦੀ ਆਈ ਹੈ, ਯਾਨੀ ਕਿ ਹੁਣ ਕੋਈ ਵੀ ਬੱਚਾ ਕੋਈ ਵੀ ਸਬਜੈਕਟ ਪੜ੍ਹ ਸਕਦਾ ਹੈ। ਜੇ ਇੱਕ ਬੱਚਾ ਅਕਾਊਂਟੈਂਸੀ ਲੈਂਦਾ ਹੈ, CA ਦੀ ਪੜ੍ਹਾਈ ਕਰਦਾ ਹੈ, ਅਕਾਊਂਟਸ ਦੇ ਨਾਲ ਉਹ ਮਿਊਜ਼ਿਕ ਵੀ ਪੜ੍ਹ ਸਕਦਾ ਹੈ, ਹਿਸਟਰੀ ਵੀ ਪੜ੍ਹ ਸਕਦਾ ਹੈ, ਜਾਂ ਆਪਣੀਆਂ ਭਾਸ਼ਾਵਾਂ 'ਚੋਂ ਵੀ ਕੁਝ ਚੁਣ ਸਕਦਾ ਹੈ, ਜਿਵੇਂ ਕਿ ਸੰਸਕ੍ਰਿਤ 'ਤੇ ਸਰਕਾਰ ਬੜਾ ਜ਼ੋਰ ਦੇ ਰਹੀ ਹੈ। ਠੀਕ ਹੈ, ਪਰ ਹੁਣ ਸੋਚਣ ਵਾਲੀ ਗੱਲ ਹੈ ਕਿ ਜੇ ਬੱਚੇ ਨੇ ਬਣਨਾ ਤਾਂ ਚਾਰਟਰਡ ਅਕਾਊਂਟੈਂਟ ਹੈ, CA ਬਣਨਾ ਹੈ, ਫਿਰ ਉਹਨੂੰ ਮਿਊਜ਼ਿਕ, ਹਿਸਟਰੀ ਜਾਂ ਸੰਸਕ੍ਰਿਤ ਇਹੋ ਜਿਹੇ ਸਬਜੈਕਟ ਕੀ ਕਰਨਗੇ? ਤੇ ਇਹਨਾਂ ਨੂੰ ਪੜ੍ਹਨ ਲਈ ਉਹ ਕਿਹੜੀ ਆਪਦੀ ਸਪੈਸ਼ਲਾਈਜੇਸ਼ਨ ਦੇ ਸਬਜੈਕਟ ਛੱਡੇਗਾ? ਤੇ ਜਦੋਂ ਆਪਣੀ ਸਪੈਸ਼ਲਾਈਜੇਸ਼ਨ ਦੇ ਸਬਜੈਕਟ ਛੱਡੇਗਾ ਤਾਂ ਕੀ ਉਹ ਚੰਗੇ ਢੰਗ ਦਾ CA ਬਣ ਸਕੇਗਾ? ਸੋ ਇਹ ਬੜੀ ਵੱਡੀ ਸੋਚਣ ਵਾਲੀ ਗੱਲ ਹੈ। ਖੈਰ ਇਹ ਉਹਨਾਂ ਬੱਚਿਆਂ ਲਈ ਤਾਂ ਠੀਕ ਹੈ ਜਿਨ੍ਹਾਂ ਨੇ ਕੰਮਕਾਰ ਪਹਿਲਾਂ ਹੀ ਸੈੱਟ ਹੈਗੇ ਆ, ਚੱਲਦੇ ਹੈਗੇ ਆ, ਉਹਨਾਂ ਨੇ ਜਾ ਕੇ ਆਪਣਾ ਕੰਮ ਸੰਭਾਲਣਾ ਹੀ ਹੈ, ਉਹ ਕੋਈ ਵੀ ਸਬਜੈਕਟ ਨਾਲ ਪੜ੍ਹ ਲੈਣ, ਉਹਨਾਂ ਲਈ ਤਾਂ ਠੀਕ ਹੈ, ਉਹਨਾਂ ਨੇ ਤਾਂ ਚੱਲਦਾ ਕੰਮ ਸੰਭਾਲਣਾ। ਪਰ ਜਿਨ੍ਹਾਂ ਬੱਚਿਆਂ ਨੇ ਅੱਗੋਂ ਨੌਕਰੀ ਲੈਣੀ ਹੈ ਜਾਂ ਅੱਗੋਂ ਆਪਦੇ ਕੰਮ ਨਵੇਂ ਚਲਾਉਣੇ ਆ, ਨਵੇਂ ਸੈੱਟ ਕਰਨੇ ਆ, ਉਹਨਾਂ ਲਈ ਇਹ ਸਪੈਸ਼ਲਾਈਜੇਸ਼ਨ ਤੋਂ ਬਿਨਾਂ ਜਿਹੜਾ ਹੋਰ ਸਬਜੈਕਟ ਪੜ੍ਹਨੇ ਬਹੁਤੀ ਵਧੀਆ ਚੀਜ਼ ਨਹੀਂ ਲੱਗੀ। ਇਸ ਦੇ ਨਾਲ ਹੀ ਇੱਕ ਹੋਰ ਚੀਜ਼ ਵੀ ਆਈ ਹੈ ਕਿ ਜਿੰਨੇ ਵੀ ਇੰਸਟੀਟਿਊਟ ਹੈ, ਯੂਨੀਵਰਸਿਟੀਆਂ, ਉਹ ਮਲਟੀ ਡਿਸਪਲਿਨਰੀ ਹੋਣਗੀਆਂ, ਯਾਨੀ ਕਿ ਹੁਣ IIT ਤੇ IIM ਦੇ ਵਿੱਚ ਇੰਜੀਨੀਅਰਿੰਗ ਤੇ ਮੈਨੇਜਮੈਂਟ ਦੇ ਨਾਲ ਜਿਹੜੀਆਂ ਹਿਊਮੈਨਿਟੀਜ਼ ਦੇ ਕੋਰਸ ਵੀ ਪੜ੍ਹਾਏ ਜਾਣਗੇ। ਹੁਣ ਅੱਜ ਜੇ ਦੇਖੀਏ ਤਾਂ IIT ਤੇ IIM ਦੀ ਵੈਲਿਊ ਡਿਗਰੀ ਦੀ ਸਭ ਤੋਂ ਜ਼ਿਆਦਾ ਹੈ। ਕਿਸੇ ਦੇਸ਼ 'ਚ ਚਲੇ ਜਾਓ, ਇਹਨਾਂ ਦੀ ਡਿਗਰੀ ਨੂੰ ਡਿਗਰੀ ਹੀ ਮੰਨਿਆ ਜਾਂਦਾ ਹੈ, ਉਹਨੂੰ ਕੋਈ ਵੀ ਡਿਪਲੋਮਾ ਨਹੀਂ ਮੰਨਦਾ। ਤੇ ਇਸ ਚੀਜ਼ ਦੇ ਉੱਤੇ ਜਦੋਂ ਹੁਣ ਇਹਨੂੰ ਮਲਟੀ ਸਪੈਸ਼ਲਾਈਜੇਸ਼ਨ ਕਰਨ ਲੱਗੇ ਕਿ ਉਹ ਡਿਗਰੀਆਂ ਦੀ ਵੈਲਿਊ ਉਨੀ ਰਹਿ ਪਾਏਗੀ, ਇਹਦੇ ਉੱਤੇ ਬੜਾ ਵੱਡਾ ਕੁਐਸਚਨ ਮਾਰਕ ਲੱਗਦਾ ਹੈ। ਤੇ ਇਹ ਸੋਚਣ ਦੀ ਗੱਲ ਹੈ ਕਿ ਅਸੀਂ ਰਿਟੈਂਸ਼ਨ ਕਿੱਦਾਂ ਕਰਨੀ ਹੈ ਉਹਨਾਂ ਦੇ ਲੈਵਲ ਦੀ। ਸੋ ਉਸ ਬਾਰੇ ਵਿਚਾਰ ਜ਼ਰੂਰ ਕਰਨਾ ਚਾਹੀਦਾ। ਨਾਲ ਹੀ ਅਗਲੀ ਚੀਜ਼ ਆਉਂਦੀ ਹੈ ਕਿ ਅੱਗੇ ਜਿਹੜੀ ਹੈਗੀ ਆ ਹਾਈਐਸਟ ਡਿਗਰੀ ਰਿਸਰਚ ਕਰਕੇ PhD ਦੀ ਹੁੰਦੀ ਹੈ, ਤੇ ਉਦੋਂ ਥੱਲੇ ਇੱਕ ਰੱਖੀ ਸੀ MPhil, ਤਾਂ ਕਿ ਜਿਹਨੇ PhD ਦੇ ਉਨੀ ਹਾਈ ਲੈਵਲ ਦੀ ਰਿਸਰਚ ਨਹੀਂ ਕਰਨੀ, ਉਹ ਉਹਦੀ ਯੋਗਤਾ ਬਣ ਜੇ ਪੜ੍ਹਾਉਣ ਲਈ ਤਾਂ MPhil ਕਰ ਸਕਦਾ। ਹੁਣ MPhil ਦਾ ਕੋਰਸ ਜਿਹੜਾ ਖ਼ਤਮ ਕਰਨ ਦੀ ਗੱਲ ਕੀਤੀ ਗਈ ਹੈ, MPhil ਖ਼ਤਮ ਹੋ ਰਹੀ ਹੈ। ਤੇ ਨਾਲ ਹੀ ਇਹ ਕਿਹਾ ਗਿਆ ਹੈ ਕਿ ਜਿਹੜਾ ਬੱਚਾ 4 ਸਾਲ ਗ੍ਰੈਜੂਏਸ਼ਨ ਕਰ ਲੈਂਦਾ ਹੈ ਉਹ ਅੱਗੋਂ ਐਲੀਜੀਬਲ ਹੈਗਾ ਰਿਸਰਚ ਕਰਨ ਲਈ, ਤੇ ਉਹ 3 ਜਾਂ 4 ਸਾਲ ਅੱਗੋਂ ਲਾਉਂਦਾ ਰਿਸਰਚ ਦੇ ਵਿੱਚ, ਤਾਂ ਉਹਨੂੰ
ਜਿਹੜੀ ਹਾਈਐਸਟ ਡਿਗਰੀ PhD ਦੀ ਦਿੱਤੀ ਜਾਏਗੀ ਰਿਸਰਚ ਦੇ ਬੇਸ ਤੇ। ਹੁਣ ਇੱਥੇ ਤਾਂ ਮੈਨੂੰ ਇਹ ਲੱਗਦਾ ਹੈ ਕਿ ਕੱਲਾ MPhil ਨਹੀਂ ਖਤਮ ਹੋਈ, ਭਵਿੱਖ ਤਾਂ ਬਾਕੀ ਪੋਸਟ ਗ੍ਰੈਜੂਏਸ਼ਨ ਚਾਹੇ ਉਹ MSc ਹੈ ਚਾਹੇ ਉਹ MBA ਇਹਨਾਂ ਦਾ ਵੀ ਆਵਾਡੋਲ ਹੈ। ਕਿਉਂਕਿ ਜੇ ਇਸ ਐਜੂਕੇਸ਼ਨ ਪਾਲਿਸੀ ਨੂੰ ਦੇਖੀਏ ਤਾਂ ਉਹਦੇ 'ਚ ਉਹ ਖਤਮ ਹੀ ਹੋ ਰਿਹਾ ਕਿ ਸਿੱਧੀ ਹੀ ਹਾਇਰ ਡਿਗਰੀ ਵੱਲ ਨੂੰ ਰਿਸਰਚ ਕਰ ਸਕਦਾ। ਹੁਣ ਹਾਲਾਂਕਿ ਪੋਸਟ ਗ੍ਰੈਜੂਏਸ਼ਨ ਲਾਜ਼ਮੀ ਹੈ ਕਿਉਂਕਿ ਬੱਚੇ ਨੂੰ ਉਹ 2 ਸਾਲਾਂ ਦੇ ਵਿੱਚ ਹੋਰ ਤਰੀਕੇ ਦੀ ਸਮਝ ਆਉਂਦੀ ਹੈ, ਉਹਨੂੰ ਦੁਨੀਆ ਨੂੰ ਦੇਖਣ ਦਾ, ਰਿਸਰਚ ਕਰਨ ਦਾ ਬੜੇ ਨਵੇਂ ਤਰੀਕੇ ਆਉਂਦੇ ਹੈ ਤੇ ਖਾਸ ਕਰਕੇ ਇਹਨਾਂ ਕੋਰਸਾਂ ਦੇ ਵਿੱਚ ਉਹਨੂੰ ਰਿਸਰਚ ਕਰਨ ਦੇ ਤਰੀਕੇ ਵੀ ਪੜ੍ਹਾਏ ਜਾਂਦੇ ਆ। ਸੋ ਬਾਹਰਲੇ ਮੁਲਕਾਂ 'ਚ ਤਾਂ MBA ਕਰਨ ਤੋਂ ਪਹਿਲਾਂ ਵੀ ਜਿਹੜੀ ਹੈਗੀ ਹੈ ਉਹ ਤੁਹਾਡੀ ਵਰਕ ਐਕਸਪੀਰੀਅੰਸ ਜ਼ਰੂਰੀ ਹੈ। ਉਹ ਕਿਉਂ ਜ਼ਰੂਰੀ ਹੈ ਕਿ ਬੱਚੇ ਨੂੰ ਇੱਕ ਸਮਝ ਆਵੇ ਕਿ ਕਿੱਦਾਂ ਪ੍ਰੈਕਟੀਕਲ ਲਾਈਫ ਹੈ, ਇੰਡਸਟਰੀ ਕੀ ਮੰਗਦੀ ਹੈ, ਕਿਸ ਤਰ੍ਹਾਂ ਦੀ ਉਹਨੇ ਅੱਗੋਂ ਜਾ ਕੇ ਉਹਨੂੰ ਪੜ੍ਹਾਈ ਦੀ ਲੋੜ ਹੈ, ਉਸ ਤਰ੍ਹਾਂ ਦੀ ਉਹ ਸਿੱਖ ਕੇ ਆਵੇ। ਸੋ ਸਾਡੇ ਮੁਲਕ 'ਚ ਪਹਿਲਾਂ ਹੀ ਉਹ ਨਹੀਂ ਹੈਗਾ, ਹੁਣ ਉਹ ਵੀ 2 ਸਾਲ ਘਟਾਤੇ ਤੇ ਹਾਈਐਸਟ ਡਿਗਰੀ ਅਸੀਂ ਦੇਣ ਦੀ ਗੱਲ ਕਰਦੇ ਹਾਂ ਉਸੇ ਰਿਸਰਚ ਬੇਸ ਤੇ। ਸੋ ਪਹਿਲਾਂ ਹੀ ਸਾਡੇ ਦੇਸ਼ ਦੇ ਵਿੱਚ ਰਿਸਰਚ ਦਾ ਮਿਆਰ ਬੜਾ ਥੱਲੇ ਆ ਚੁੱਕਾ ਹੈ। ਸੋ ਇਹਦੇ ਨਾਲ ਇਹ ਮਿਆਰ ਹੋਰ ਥੱਲੇ ਆਏਗਾ, ਜਦ ਕਿ ਲੋੜ ਹੈ PhD ਨੂੰ ਤੇ ਇਸ ਰਿਸਰਚ ਨੂੰ ਬਚਾਉਣ ਦੀ, ਇਹਦਾ ਮਿਆਰ ਉੱਚਾ ਚੁੱਕਣ ਦੀ। ਯਾਨੀ ਕਿ ਸਾਡਾ ਫੋਕਸ ਹੋਣਾ ਚਾਹੀਦਾ ਹੈ ਕਿ ਕੁਆਲੀਟੇਟਿਵ ਰਿਸਰਚ ਕਰਾਈਏ, ਕੁਆਂਟੀਟੇਟਿਵ ਨਹੀਂ, ਜੋ ਕਿ ਅੱਜ ਚੱਲ ਰਹੀ ਹੈ। ਇਸ ਪਾਲਿਸੀ ਦੇ ਵਿੱਚ ਇੱਕ ਹੋਰ ਚੀਜ਼ ਕਹੀ ਗਈ ਹੈ ਕਿ ਜਿੰਨੀਆਂ ਵੀ ਹਾਇਰ ਐਜੂਕੇਸ਼ਨ ਨੂੰ ਗਵਰਨ ਕਰਨ ਵਾਲੀਆਂ ਸੰਸਥਾਵਾਂ ਯਾਨੀ ਕਿ UGC, AICT ਤੇ ਇਹਦੇ ਨਾਲ ਦੀਆਂ 14 ਹੋਰ ਕਾਉਂਸਲ ਜਿਹੜੀਆਂ ਕਿ ਉੱਚ ਸਿੱਖਿਆ ਯੂਨੀਵਰਸਿਟੀਆਂ ਨੂੰ ਤੇ ਕਾਲਜਾਂ ਨੂੰ ਗਵਰਨ ਕਰਦੀਆਂ, ਰੈਗੂਲੇਟ ਕਰਦੀਆਂ, ਉਹਨਾਂ ਸਾਰੀਆਂ ਨੂੰ ਇਕੱਠੀਆਂ ਕਰਕੇ ਇੱਕੋ ਹੀ ਆਰਗੇਨਾਈਜੇਸ਼ਨ ਬਣਾਈ ਜਾਵੇ, ਇੱਕੋ ਹੀ ਸੰਸਥਾ ਬਣਾਈ ਜਾਵੇ ਜਿਹਨੂੰ ਨਾਮ ਦਿੱਤਾ ਗਿਆ ਨੈਸ਼ਨਲ ਹਾਇਰ ਐਜੂਕੇਸ਼ਨ ਰੈਗੂਲੇਟਰੀ ਕਾਉਂਸਲ। ਹੁਣ ਇਹ ਸਾਰੀਆਂ ਦਾ ਇੱਕ ਤਾਂ ਬਣ ਜਾਏਗਾ, ਪਰ ਸੋਚਣ ਵਾਲੀ ਗੱਲ ਹੈ ਕਿ ਜੇ ਪਿੱਛੇ ਝਾਤ ਮਾਰੀਏ ਜਦੋਂ 2009 ਦੇ ਵਿੱਚ HRD ਮਿਨਿਸਟਰੀ ਨੇ 130 ਡੀਮਡ ਯੂਨੀਵਰਸਿਟੀਆਂ ਦਾ ਕੰਮ ਰਿਵਿਊ ਕਰਵਾਇਆ ਸੀ ਤਾਂ ਉਸ ਵਕਤ 88 ਜਿਹੜੀਆਂ ਡੀਮਡ ਯੂਨੀਵਰਸਿਟੀਆਂ ਦਾ ਕੰਮ ਜਿਹੜਾ ਠੀਕ ਨਹੀਂ ਸੀਗਾ ਤੇ ਉਹਦੇ ਵਿੱਚ ਨਾ ਤਾਂ ਜਿਹੜੇ ਸਟੂਡੈਂਟਸ ਨੂੰ ਭਰਤੀ ਕਰਨ ਦੇ ਵਿੱਚ ਨਿਯਮ ਵਰਤੇ ਗਏ ਸੀ, ਨਾ ਹੀ ਜਿਹੜੀ ਰਿਸਰਚ ਦਾ ਕੋਈ ਮਿਆਰ ਸੀਗਾ, ਨਾ ਹੀ ਪੜ੍ਹਾਈ ਦਾ ਮਿਆਰ ਸੀ ਤੇ ਨਾ ਹੀ ਫੈਕਲਟੀ ਨੂੰ ਭਰਤੀ ਕਰਨ ਦੇ ਨਿਯਮ ਵਰਤੇ ਗਏ। ਸੋ ਇੰਨਾ ਕੁਝ ਹੋਣ ਦੇ ਬਾਵਜੂਦ, ਇੰਨੀਆਂ ਆਰਗੇਨਾਈਜੇਸ਼ਨ ਹੋਣ ਦੇ ਬਾਵਜੂਦ ਵੀ ਕੋਈ ਨਿਯਮ ਨਹੀਂ ਵਰਤੇ ਗਏ। ਫਿਰ ਉਂਝ ਵੀ ਜੇ ਅਸੀਂ ਦੇਖਦੇ ਹਾਂ ਤਾਂ ਸਾਡੇ ਕਈ ਪ੍ਰਾਈਵੇਟ ਯੂਨੀਵਰਸਿਟੀਆਂ ਤੇ ਕਾਲਜ ਹੈਗੇ ਜਿਹਨੇ ਕਿ ਰਿਸਰਚ ਦਾ ਬਿਲਕੁਲ ਹੀ ਨਾ ਮਾਤਰ ਕਰਦੇ ਹਨ ਤੇ ਜਾਂ ਜਮਾ ਹੀ ਹੈ ਨਹੀਂ। ਸੋ ਜਿੱਥੇ ਟੀਚਿੰਗ ਦੇ ਨਾਲ ਰਿਸਰਚ ਨਹੀਂ ਤਾਂ ਉੱਥੇ ਪੜ੍ਹਾਈ ਦਾ ਮਿਆਰ ਥੱਲੇ ਆਉਣਾ ਲਾਜ਼ਮੀ ਹੈ। ਸੋ ਇਹ ਸਾਰਾ ਕੁਝ ਉਦੋਂ ਹੋ ਰਿਹਾ ਜਦੋਂ ਇੰਨੀਆਂ ਕਾਉਂਸਲਸ ਹਜੇ ਗਵਰਨ ਕਰਨ ਨੂੰ ਹੈ ਤੇ ਜਦੋਂ ਇੱਕੋ ਹੀ ਕਾਉਂਸਲ ਰਹਿ ਗਈ ਕੀ ਉਹ ਇਹ ਸਾਰੀਆਂ ਦਾ ਕੰਮ ਕਰ ਪਾਏਗੀ, ਇਹ ਬੜਾ ਵੱਡਾ ਕੁਐਸਚਨ ਮਾਰਕ ਹੈ ਇੱਥੇ। ਤੇ ਫਿਰ ਅਗਲੀ ਗੱਲ ਇਹ ਵੀ ਕਹੀ ਗਈ ਹੈ ਕਿ ਜਿੰਨੇ ਵੀ ਸਾਡੇ ਕੋਲੇ ਇਸ ਵਕਤ ਵਿਦਿਆ ਕਾਲਜ ਹੈਗੇ ਆ, ਚਾਹੇ ਉਹ ਸਰਕਾਰੀ ਹੈ ਚਾਹੇ ਗੈਰ ਸਰਕਾਰੀ ਹੈ, ਆਉਣ ਵਾਲੇ 15 ਸਾਲਾਂ ਦੇ ਵਿੱਚ ਐਫੀਲੀਏਸ਼ਨ ਸਿਸਟਮ ਖਤਮ ਕਰਕੇ ਉਹਨਾਂ ਨੂੰ ਆਟੋਨੋਮਸ ਸਟੇਟਸ ਦਿੱਤਾ ਜਾਊਗਾ। ਹੁਣ ਜਦੋਂ ਆਟੋਨੋਮਸ ਸਟੇਟਸ ਦਿੱਤਾ ਗਿਆ ਫਿਰ ਤਾਂ ਉੱਚ ਵਿਦਿਆ ਦਾ ਰੱਬ ਹੀ ਰੱਖ ਹੈ, ਕਿਉਂਕਿ ਅੱਜ ਵੀ ਕਈ ਕਾਲਜ ਇਹੋ ਜਿਹੇ ਹੈਗੇ ਹੈ ਜਿਹੜੇ ਕਹਿੰਦੇ ਹਨ ਕਿ ਆਓ ਦਾਖਲਾ ਲੈ ਜਾਓ ਫਿਰ ਇਮਤਿਹਾਨ ਦੇਣ ਵੇਲੇ ਆ ਜਾਓ, ਯਾਨੀ ਕਿ ਵਿੱਚੋਂ ਆਉਣ ਦੀ ਲੋੜ ਨਹੀਂ। ਇਮਤਿਹਾਨ ਵੀ ਤਾਂ ਕਹੇ ਜਾਂਦੇ ਆ ਕਿ ਅੱਜ ਯੂਨੀਵਰਸਿਟੀ ਗਵਰਨ ਕਰਦੀ ਹੈ, ਐਫੀਲੀਏਸ਼ਨ ਹੈਗੀ ਹੈ ਤੇ ਯੂਨੀਵਰਸਿਟੀ ਦੇ ਇਮਤਿਹਾਨ ਦੇਣੇ ਪੈਣੇ ਹੈ। ਤੇ ਜਦੋਂ ਆਟੋਨੋਮਸ ਸਟੇਟਸ ਹੋ ਗਿਆ ਫਿਰ ਉਸ ਦੀ ਵੀ ਲੋੜ ਸ਼ਾਇਦ ਨਾ ਹੀ ਪਵੇ ਤੇ ਇਹੋ ਜਿਹੀ ਡਿਗਰੀ ਦਾ ਫਿਰ ਫਾਇਦਾ ਕੀ। ਨਾ ਹੀ ਇਸ ਪਾਲਿਸੀ 'ਚ ਇਸਨੇ ਕਲੀਅਰ ਕੀਤਾ ਹੈ ਕਿ ਜਿਹੜੇ ਉਸ ਆਟੋਨੋਮਸ ਸਟੇਟਸ ਡਿਗਰੀਆਂ ਦੇਣਗੇ, ਸਰਟੀਫਿਕੇਟ ਦੇਣਗੇ, ਉਹਨਾਂ ਦੀ ਮਾਨਤਾ ਕਿਵੇਂ ਹੋਏਗੀ, ਕਿਸ ਤਰੀਕੇ ਨਾਲ ਹੋਏਗੀ। ਸੋ ਇਹ ਬੜਾ ਵੱਡਾ ਲਕੂਨਾ ਹੈ ਇੱਥੇ। ਇਸ ਦੇ ਨਾਲ ਇੱਕ ਹੋਰ ਸੁਝਾਅ ਵੀ ਆਇਆ ਹੈ ਕਿ ਜਿਹੜਾ 100 ਫੋਰਨ ਯੂਨੀਵਰਸਿਟੀਆਂ ਆਉਣ ਵਾਲੇ ਟਾਈਮ 'ਚ ਖੋਲ੍ਹੀਆਂ ਜਾਣਗੀਆਂ। ਹੁਣ 100 ਦਾ ਅੰਕੜਾ ਕਿੱਦਾਂ ਆਇਆ, ਕਿਵੇਂ ਆਇਆ, ਇਹ ਕੁਝ ਨਹੀਂ ਪਤਾ। ਅੱਗੇ ਹੀ ਜੇ ਪਹਿਲਾਂ ਦੇਖੀਏ ਤਾਂ ਸਾਡੇ ਮੁਲਕ ਦੇ ਵਿੱਚ 950 ਯੂਨੀਵਰਸਿਟੀਆਂ ਹੈਗੀਆਂ, ਚਾਹੇ ਉਹ ਸਰਕਾਰੀ ਹੈ, ਸਟੇਟ ਯੂਨੀਵਰਸਿਟੀਆਂ, ਸੈਂਟਰਲ ਯੂਨੀਵਰਸਿਟੀਆਂ, ਪ੍ਰਾਈਵੇਟ, ਡੀਮਡ, ਸਾਰੀਆਂ ਇਕੱਠੀਆਂ ਕਰਕੇ 950 ਹੈ ਤੇ ਤਕਰੀਬਨ 37,000 ਕਾਲਜ ਹੈਗਾ। ਫਿਰ ਇਹ ਨਵੀਂ 100 ਦੀ ਲੋੜ ਕੀ। ਤੇ ਜੇ ਸੋਚ ਇਹ ਹੈਗੀ ਹੈ ਕਿ ਜਿਹੜੇ ਬੱਚੇ ਬਾਹਰ ਪੜ੍ਹਨ ਜਾਂਦੇ ਆ ਉਹਨਾਂ ਨੂੰ ਬਾਹਰ ਨਹੀਂ ਜਾਣਾ ਪਊਗਾ, ਉਹ ਇੱਥੇ ਹੀ ਪੜ੍ਹ ਸਕਦੇ ਆ, ਤਾਂ ਫਿਰ ਸ਼ਾਇਦ ਅਸੀਂ ਗਲਤ ਹਾਂ। ਕਿਉਂਕਿ ਜਿਹੜਾ ਬੱਚਾ ਬਾਹਰ ਪੜ੍ਹਨ ਜਾ ਰਿਹਾ ਉਹਦੇ 'ਚੋਂ ਸਿਰਫ ਮੈਂ ਕਹਿੰਦਾ 10% ਵੀ ਜ਼ਿਆਦਾ ਹੈ
ਜਿਹੜਾ ਕਹਿੰਦਾ ਹੈ ਕਿ ਮੈਂ ਵਾਪਸ ਆਉਂਗਾ, ਕਿਉਂਕਿ ਬੱਚਾ ਇੱਥੋਂ ਦੇ ਸਿਸਟਮ ਕਰਕੇ ਬਾਹਰ ਜਾ ਰਿਹਾ ਹੈ। ਉਹ ਕਹਿੰਦਾ ਹੈ ਕਿ ਉੱਥੇ ਪੜ੍ਹੂੰਗਾ, ਉੱਥੇ ਅਲਟੀਮੇਟਲੀ ਉਹਦਾ ਟਾਰਗੇਟ ਪੜ੍ਹਾਈ ਨਹੀਂ, ਉਹਦਾ ਟਾਰਗੇਟ ਉੱਥੇ ਸੈੱਟ ਹੋਣਾ ਹੈ ਕਿ ਮੈਨੂੰ ਵਾਪਸ ਨਾ ਆਉਣਾ ਪਵੇ। ਉੱਥੋਂ ਦੀ ਪੜ੍ਹਾਈ ਪੜ੍ਹ ਕੇ ਬੱਚਾ ਛੇਤੀ ਸੈੱਟ ਹੁੰਦਾ ਹੈ, ਇਸ ਕਰਕੇ ਉਹ ਉੱਥੇ ਪੜ੍ਹਾਈ ਦੇ ਬੇਸ 'ਤੇ ਜਾ ਰਹੇ ਹਨ। ਸੋ ਅਲਟੀਮੇਟਲੀ ਜੇ ਸਾਰੇ ਦੇ ਵਿੱਚੋਂ ਇਹਦਾ ਨਿਚੋੜ ਕੱਢਦੇ ਆ ਤਾਂ ਇਹ ਲੱਗਦਾ ਹੈ ਕਿ ਸਰਕਾਰ ਇਹਨੂੰ ਨਿੱਜੀਕਰਨ ਕਰਕੇ ਐਜੂਕੇਸ਼ਨ ਸੈਕਟਰ 'ਚ ਤੇ ਜਿਹੜਾ ਫੋਰਨ ਇਨਵੈਸਟਮੈਂਟ ਬਾਹਰੋਂ ਪੈਸਾ ਲਿਆ ਕੇ ਆਪਦਾ ਖਹਿੜਾ ਛਡਾਉਣਾ ਚਾਹੁੰਦੀ ਹੈ। ਤੇ ਜੇ ਸਰਕਾਰ ਆਪਦਾ ਖਹਿੜਾ ਛਡਾਉਂਦੀ ਹੈ ਤਾਂ ਫਿਰ ਆਮ ਬੰਦੇ ਦੇ ਵੱਸ ਦੀ ਨਹੀਂ ਰਹਿਣੀ ਐਜੂਕੇਸ਼ਨ, ਖਾਸ ਕਰਕੇ ਹਾਇਰ ਐਜੂਕੇਸ਼ਨ, ਕਿਉਂਕਿ ਜਿਹੜੇ ਕਾਲਜ ਚੰਗੇ ਹੋਣਗੇ ਉਹਨਾਂ ਦੀਆਂ ਫੀਸਾਂ ਹੀ ਇੰਨੀਆਂ ਹੋ ਜਾਣੀਆਂ ਕਿ ਆਮ ਬੰਦਾ ਉਹਨੂੰ ਭਰ ਨਹੀਂ ਸਕੇਗਾ, ਤੇ ਜਿਹੜੇ ਮਾੜੇ ਕਾਲਜ ਜਾਂ ਘੱਟ ਫੀਸਾਂ ਵਾਲੇ ਆ ਉਹਨਾਂ ਨੇ ਪੜ੍ਹਾਉਣਾ ਕੁਛ ਨਹੀਂ, ਉੱਥੇ ਬੱਚਾ ਪੜ੍ਹਿਆ ਨਾ ਪੜ੍ਹਿਆ ਇੱਕ ਬਰਾਬਰ ਹੈ। ਸੋ ਸੋਚਣ ਦੀ ਲੋੜ ਹੈ ਕਿ ਕੀ ਕਿਤੇ ਇਹ ਲੜਖੜਾਉਂਦੀ ਹੋਈ ਜਿਹੜੀ ਸਾਡੀ ਵਿਦਿਅਕ ਢਾਂਚਾ ਹੈ ਇਹ ਕਿਤੇ ਹੋਰ ਤਾਂ ਨਹੀਂ ਥੱਲੇ ਚਲਾ ਜਾਏਗਾ ਇਸ ਨਾਲ। ਸੋ ਮੇਰੀ ਤਾਂ ਸਰਕਾਰ ਨੂੰ ਅੰਤ ਦੇ ਵਿੱਚ ਬੇਨਤੀ ਹੈ ਕਿ ਸਾਡੇ ਕਾਫੀ ਬੁੱਧੀਜੀਵੀਆਂ ਨੇ ਵੱਖ-ਵੱਖ ਮਾਧਿਅਮ ਦੇ ਜ਼ਰੀਏ ਲਿਖਿਆ ਹੈ, ਬੋਲਿਆ ਹੈ, ਆਪਣੇ ਵਿਚਾਰ ਦੱਸੇ ਹਨ। ਸੋ ਉਹ ਸਾਰੇ ਵਿਚਾਰਾਂ ਨੂੰ ਇਕੱਠਾ ਕਰਕੇ ਉਹਦੇ 'ਤੇ ਵਿਚਾਰ ਵਿਮਰਸ਼ ਕਰਕੇ ਫਿਰ ਇਸ ਪਾਲਿਸੀ ਨੂੰ ਲਾਗੂ ਕੀਤਾ ਜਾਵੇ। ਧੰਨਵਾਦ। ਗੁਰਪਿਆਰੋ, ਅੰਤਤಃ ਇੱਕੋ ਹੀ ਗੱਲ ਕਹਿਣਾ ਚਾਹਾਂਗੇ, GDP ਦੇ ਵਿੱਚੋਂ ਅਗਰ 6% ਐਜੂਕੇਸ਼ਨ ਵਾਸਤੇ ਸਰਕਾਰ ਨੇ ਸੋਚਿਆ ਹੈ ਤਾਂ ਸਰਕਾਰ ਨੂੰ ਚਾਹੀਦਾ ਹੈ ਕਿ ਇਸ ਨੂੰ ਇਨਵੈਸਟਮੈਂਟ ਸਮਝ ਕੇ ਇਨਵੈਸਟ ਕੀਤਾ ਜਾਵੇ ਤੇ ਇਸ ਵੱਲ ਧਿਆਨ ਦਿੱਤਾ ਜਾਵੇ। ਜੇ ਇਹ ਇਨਵੈਸਟਮੈਂਟ ਹੋਰ ਵਧਾਉਣ ਦੀ ਲੋੜ ਪਵੇ ਤਾਂ ਉਹ ਹੀ ਵਧਾਈ ਜਾਵੇ, ਕਿਉਂਕਿ ਜੇਕਰ ਭਾਰਤ ਦਾ ਯੂਥ ਪੜ੍ਹਿਆ ਲਿਖਿਆ ਹੋਵੇਗਾ, ਹਰ ਥਾਂ ਦੇ ਉੱਤੇ ਚੰਗੀ ਸਕੂਲਿੰਗ ਹੋਵੇਗੀ, ਚੰਗੀ ਸੁੱਖ ਸਹੂਲਤ ਹੋਵੇਗੀ ਤਾਂ ਸਾਡੇ ਦੇਸ਼ ਦੀ ਜਵਾਨੀ ਜ਼ਰੂਰ ਤਰੱਕੀਆਂ ਵੱਲ ਜਾਵੇਗੀ, ਮਜ਼ਬੂਤ ਹੋਵੇਗੀ। ਪਰ ਜੇ ਸਿਰਫ ਤੇ ਸਿਰਫ ਕਾਗਜ਼ੀ ਕਾਰਵਾਈ ਦੇ ਵਿੱਚ ਇਹਨੂੰ ਵਧਾ ਚੜਾ ਕੇ ਦਿਖਾਇਆ ਜਾਵੇਗਾ ਅਤੇ ਖਰਚੇ ਦੇ ਨਾਮ ਤੇ ਝੂਠੇ ਬਿੱਲ ਕੱਟ ਕੇ ਆਪਣੇ ਖਾਤੇ ਭਰੇ ਜਾਣਗੇ ਤਾਂ ਫਿਰ ਤੁਸੀਂ ਸੋਚ ਹੀ ਸਕਦੇ ਹੋ ਕਿ ਅਜਿਹੀ ਐਜੂਕੇਸ਼ਨ ਸਾਡੇ ਭਾਰਤ ਦੇ ਬੱਚਿਆਂ ਲਈ ਕਿੰਨੀ ਕੁ ਚੰਗੀ ਹੋ ਸਕਦੀ ਹੈ। ਕਿਉਂਕਿ ਹੁਣ ਤੱਕ ਸਰਕਾਰਾਂ ਨੇ ਜਿੰਨੇ ਵਾਅਦੇ ਕੀਤੇ ਨੇ ਉਹ ਵਾਅਦਾ ਖਿਲਾਫੀ ਹੀ ਨਜ਼ਰ ਆਏ ਨੇ, ਤੇ ਹੁਣ ਵੇਖਣਾ ਇਹ ਹੋਵੇਗਾ ਕਿ ਇਸ ਐਜੂਕੇਸ਼ਨ ਪਾਲਿਸੀ ਤੋਂ ਬਾਅਦ ਭਾਰਤ ਦੇ ਵਿੱਚ ਕੀ ਨਵੀਂ ਤਬਦੀਲੀ ਆਉਂਦੀ ਹੈ, ਕੀ ਬਦਲਾਅ ਆਉਂਦਾ ਹੈ, ਤੇ ਇਸ ਐਜੂਕੇਸ਼ਨ ਪਾਲਿਸੀ ਨੂੰ ਗਰਾਊਂਡ ਜ਼ੀਰੋ ਦੇ ਉੱਤੇ ਭਾਰਤ ਸਰਕਾਰ ਕਿੰਨੀ ਕੁ ਚੰਗੇ ਤਰੀਕੇ ਉਤਾਰ ਪਾਉਂਦੀ ਹੈ। ਤੁਸੀਂ ਸਭ ਇਸ ਮਸਲੇ 'ਤੇ ਕੀ ਸੋਚਦੇ ਹੋ? ਆਪਣੇ ਵਿਚਾਰ ਨੀਚੇ ਕਮੈਂਟਸ ਦੇ ਵਿੱਚ ਜ਼ਰੂਰ ਦੇਣਾ। ਵੀਡੀਓ ਚੰਗੀ ਲੱਗੀ ਹੋਵੇ ਲਾਈਕ ਤੇ ਸ਼ੇਅਰ ਵੀ ਜ਼ਰੂਰ ਕਰਨਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਿੱਖ ਧਰਮ ਦੀ ਹਰ ਗਤੀਵਿਧੀ ਅਤੇ ਗੁਰਬਾਣੀ ਵਾਸਤੇ ਹੁਣੇ ਸਬਸਕ੍ਰਾਈਬ ਕਰੋ ਗੁਰਬਾਣੀ ਅਖੰਡ ਬਾਣੀ ਅਤੇ ਨੋਟੀਫਿਕੇਸ਼ਨਸ ਵਾਸਤੇ ਬੈਲ ਨੂੰ ਰਿੰਗ ਕਰੋ।